Subscribe this channel. ਹੈਲੋ एवरीवन, ਅੱਜ ਦਾ ਆਪਣਾ ਟੌਪਿਕ ਹੈਗਾ ਪੇਜ ਰਿਪਲੇਸਮੈਂਟ ਐਲਗੋਰਿਦਮਸ। ਠੀਕ ਹੈ, ਬਟ ਉਸ ਨੂੰ ਕਰਨ ਤੋਂ ਪਹਿਲਾਂ ਆਪਾਂ ਕਰਾਂਗੇ ਕੁਝ ਹੋਰ ਫੰਡਾਮੈਂਟਲਸ ਜਿਨ੍ਹਾਂ ਤੋਂ ਆਪਾਂ ਨੂੰ ਪੇਜ ਰਿਪਲੇਸਮੈਂਟ ਐਲਗੋਰਿਦਮਸ ਦਾ ਪਤਾ ਲੱਗ ਸਕੇ। ਸਭ ਤੋਂ ਆਪਾਂ ਪਹਿਲਾਂ ਕਰਾਂਗੇ ਪੇਜਿੰਗ। ਵਾਟ ਇਜ਼ ਪੇਜਿੰਗ? ਪੇਜਿੰਗ ਕੀ ਹੁੰਦਾ ਹੈ? ਕਹਿੰਦੇ ਕੰਪਿਊਟਰ ਆਪਰੇਟਿੰਗ ਸਿਸਟਮ ਦੇ ਵਿੱਚ ਜਦੋਂ ਮੈਮਰੀ ਮੈਨੇਜਮੈਂਟ ਸਕੀਮਸ ਦੇ ਦੁਆਰਾ ਆਪਾਂ ਕੀ ਕਰਦੇ ਹਾਂ, ਕੰਪਿਊਟਰ ਸਟੋਰ ਐਂਡ ਰਿਟਰੀਵ ਡੇਟਾ ਕਰਦਾ। ਠੀਕ ਹੈ, ਸੈਕੰਡਰੀ ਸਟੋਰੇਜ ਤੋਂ ਕਿਹਦੇ 'ਚ? ਮੇਨ ਮੈਮਰੀ ਦੇ ਵਿੱਚ। ਠੀਕ ਹੈ, ਅਤੇ ਕਹਿੰਦੇ ਪੇਜਿੰਗ ਮੈਮਰੀ ਮੈਨੇਜਮੈਂਟ ਸਕੀਮ ਦੇ ਵਿੱਚ ਕੀ ਹੁੰਦਾ, ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਰਿਟਰੀਵਸ ਕਰਦਾ ਡੇਟਾ ਫਰੋਮ ਸੈਕੰਡਰੀ ਸਟੋਰੇਜ ਇਨ ਸੇਮ ਸਾਈਜ਼ ਬਲੋਕਸ ਕਾਲਡ ਪੇਜਿਸ। ਠੀਕ ਹੈ, ਵੀ ਸੈਕੰਡਰੀ ਸਟੋਰੇਜ ਤੋਂ ਜਦੋਂ ਜਿਹੜਾ ਡੇਟਾ ਉਹ ਰਿਟਰੀਵ ਹੁੰਦਾ ਸੇਮ ਸਾਈਜ਼ ਬਲੋਕਸ ਦੇ ਵਿੱਚ। ਠੀਕ ਹੈ, ਵੀ ਜਿੰਨਾ ਸਾਈਜ਼ ਉਹਦਾ ਉੱਥੇ ਸੀ ਉਨੇ ਸਾਈਜ਼ ਦੇ ਵਿੱਚ ਹੀ ਅੱਗੇ ਉਹ ਜਿਹੜਾ ਡੇਟਾ ਉਹ ਰਿਟਰੀਵ ਹੁੰਦਾ ਉਹਨੂੰ ਕੀ ਕਿਹਾ ਜਾਂਦਾ? ਪੇਜਿਸ। ਠੀਕ ਹੈ, ਇਹਦੀਆਂ ਐਡਵਾਂਟੇਜਸ ਕੀ ਨੇ? ਇੱਕ ਤਾਂ ਇਹ ਅਲਾਓ ਕਰਦਾ ਫਿਜ਼ੀਕਲ ਐਡਰੈਸ ਸਪੇਸ ਨੂੰ। ਠੀਕ ਹੈ, ਦੂਸਰਾ ਕੀ ਕਰਦਾ ਇਹ? ਬਿਫੋਰ ਪੇਜਿੰਗ ਕੇਮ ਆਊਟ ਇਨਟੂ ਯੂਜ਼ ਸਿਸਟਮਸ ਹੈਡ ਟੂ ਫਿਟ ਹੋਲ ਪ੍ਰੋਗਰਾਮਸ ਇਨਟੂ ਸਟੋਰੇਜ ਕੰਟੀਗੂਅਸਲੀ ਵਿਚ ਕਾਜ਼ਡ ਵੇਰੀਅਸ ਸਟੋਰੇਜ ਐਂਡ ਫਰੈਗਮੈਂਟੇਸ਼ਨ ਪ੍ਰੋਬਲਮਸ। ਕਹਿੰਦਾ ਵੀ ਜਦੋਂ ਵੀ ਕੋਈ ਪ੍ਰੋਗਰਾਮ ਵੀ ਸਟੋਰ ਹੁੰਦਾ ਤਾਂ ਉਹ ਆਟੋਮੈਟਿਕਲੀ ਵੀ ਸੇਮ ਸਾਈਜ਼ ਦੇ ਵਿੱਚ ਜਾ ਕੇ ਉਹ ਫਿੱਟ ਹੋ ਜਾਂਦਾ ਸਟੋਰੇਜ ਦੇ ਵਿੱਚ, ਉਹਨੂੰ ਆਪਣੇ ਵਾਸਤੇ ਅਲੱਗ ਤੋਂ ਸਪੇਸ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਉਸ ਤੋਂ ਬਾਅਦ ਹੈਗਾ ਪੇਜ ਫਰੇਮ ਅਤੇ ਹਿੱਟ ਰੇਸ਼ੋ। ਪੇਜ ਫਰੇਮ ਕੀ ਹੁੰਦਾ? ਮੇਨ ਮੈਮਰੀ ਉਹ ਡਿਵਾਈਡ ਕਰ ਦਿੰਦੀ ਹੈ ਪੇਜ ਉਹਨੂੰ, ਮਤਲਬ ਕਿ ਕਿਸੇ ਵੀ ਡੇਟੇ ਨੂੰ ਫਿਕਸਡ ਸਾਈਜ਼ ਪੋਰਸ਼ਨ ਦੇ ਵਿੱਚ, ਮਤਲਬ ਕਿ ਇੱਕੋ ਵਰਗੇ ਸਾਈਜ਼ ਪੋਰਸ਼ਨਸ ਦੇ ਵਿੱਚ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡ ਦਿੱਤੀ ਹੈ, ਉਹਨੂੰ ਕੀ ਕਹਿੰਦਾ? ਪੇਜ ਫਰੇਮ। ਅਤੇ ਜਿਹੜਾ ਪੇਜ ਫਰੇਮ ਦਾ ਸਾਈਜ਼ ਹੁੰਦਾ ਉਹ ਕੀ ਸਾਈਜ਼ ਹੁੰਦਾ? ਉਹ ਸੇਮ ਸਾਈਜ਼ ਹੁੰਦਾ ਪੇਜ ਦਾ, ਜਿਹੜਾ ਸਾਈਜ਼ ਪੇਜ ਦਾ ਹੁੰਦਾ ਸੇਮ ਸਾਈਜ਼ ਪੇਜ ਫਰੇਮ ਹੁੰਦਾ। ਔਰ ਹਿੱਟ ਰੇਸ਼ੋ ਕੀ ਹੁੰਦੀ ਹੈ? ਜਿਹੜੀ ਰੇਸ਼ੋ ਕਹਿੰਦੇ ਟੋਟਲ ਨੰਬਰ ਆਫ ਹਿੱਟਸ ਡਿਵਾਈਡਡ ਬਾਈ ਟੋਟਲ CPU ਅਸੈਸ ਟੂ ਮੈਮਰੀ। ਠੀਕ ਹੈ, ਵੀ ਕਹਿੰਦੇ ਜਿਹੜਾ CPU ਹੈ ਉਹ ਕਿਸੇ ਵੀ ਮੈਮਰੀ ਨੂੰ ਅਸੈਸ ਕਰਦਾ, ਜਦੋਂ ਮੈਮਰੀ ਨੂੰ ਅਸੈਸ ਕਰਦਾ ਉਹ ਕਿੰਨੇ ਵਾਰੀ ਅਸੈਸ ਕਰਦਾ, ਕਿੰਨੇ ਵਾਰੀ ਹਿੱਟ ਕਰਦਾ, ਮਤਲਬ ਕਿ ਉਹਨਾਂ ਨੂੰ ਜਦੋਂ ਡਿਵਾਈਡਡ ਕੀਤਾ ਜਾਂਦਾ ਟੋਟਲ ਨੰਬਰ ਆਫ ਹਿੱਟਸ ਦੇ ਨਾਲ ਤਾਂ ਉਹਨਾਂ ਨੂੰ ਕੀ ਕਹਿੰਦਾ? ਹਿੱਟ ਰੇਸ਼ੋ। ਠੀਕ ਹੈ, ਫਾਰਮੂਲਾ ਹੈਗਾ ਟੋਟਲ ਨੰਬਰ ਆਫ ਹਿੱਟਸ, ਵੀ ਕਿੰਨੇ ਨੰਬਰ ਆਫ ਹਿੱਟਸ ਹੋਈਆਂ ਡਿਵਾਈਡ ਕਰਨਾ ਟੋਟਲ ਨੰਬਰ ਆਫ ਹਿੱਟਸ ਪਲੱਸ ਟੋਟਲ ਨੰਬਰ ਆਫ ਮਿਸ, ਵੀ ਕਿੰਨੀਆਂ ਹਿੱਟਸ ਹੋਈਆਂ ਕਿੰਨੇ ਹਿੱਟਸ ਮਿਸ ਹੋਏ। ਹੁਣ ਆਪਾਂ ਕਰਦੇ ਹਾਂ ਪੇਜ ਰਿਪਲੇਸਮੈਂਟ ਕੀ ਹੁੰਦਾ? ਜਦੋਂ ਕਹਿੰਦੇ ਮੈਮਰੀ ਲੋਕੇਟਡ ਇਨ ਦਾ ਸੈਕੰਡਰੀ ਮੈਮਰੀ ਇਜ਼ ਨੀਡਡ ਇਟ ਕੈਨ ਬੀ ਰਿਟਰੀਵਡ ਬੈਕ ਟੂ ਮੇਨ ਮੈਮਰੀ। ਕਹਿੰਦੇ ਜਦੋਂ ਵੀ ਮੈਮਰੀ ਹੈ ਉਹ ਸੈਕੰਡਰੀ ਮੈਮਰੀ ਦੇ ਵਿੱਚ ਲੋਕੇਟ ਹੁੰਦੀ ਹੈ ਤਾਂ ਉਹਨੂੰ ਜ਼ਰੂਰਤ ਪੈਂਦੀ ਹੈ ਕਿ ਉਹ ਵਾਪਸ ਮੇਨ ਮੈਮਰੀ ਦੇ ਉੱਪਰ ਜਾਵੇ। ਠੀਕ ਹੈ, ਡੇਟੇ ਨੂੰ ਜਦੋਂ ਮੇਨ ਮੈਮਰੀ ਤੋਂ ਸੈਕੰਡਰੀ ਮੈਮਰੀ ਦੇ ਵਿੱਚ ਸਟੋਰ ਕੀਤਾ ਜਾਂਦਾ ਉਹਨੂੰ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ? ਸਵੈਪਿੰਗ ਆਊਟ। ਜਦੋਂ ਡੇਟਾ ਵਾਪਸ ਮੇਨ ਮੈਮਰੀ ਦੇ ਵਿੱਚ ਆਉਂਦਾ ਉਹਨੂੰ ਕੀ ਕਿਹਾ ਜਾਂਦਾ? ਸਵੈਪਿੰਗ ਇਨ। ਠੀਕ ਹੈ, ਇਹ ਵਾਲਾ ਡਾਇਗਰਾਮ ਹੈ। ਠੀਕ ਹੈ, ਡਾਇਗਰਾਮ ਦੇ ਵਿੱਚ ਇੱਕ ਸਾਈਡ 'ਤੇ ਫਰੇਮ ਬਣਿਆ ਹੋਇਆ, ਉਸ ਤੋਂ ਬਾਅਦ ਪੇਜ ਦਾ ਟੇਬਲ ਹੈ, ਵੈਲਿਡ ਔਰ ਇਨਵੈਲਿਡ ਬਿਟ ਨੇ, ਚੇਂਜ ਟੂ ਇਨਵੈਲਿਡ, ਰੀਸੈਟ ਪੇਜ ਟੇਬਲ ਫॉर ਨਿਊ ਟੇਬਲ, ਵਿਕਟਮ ਬਣਿਆ ਫਿਜ਼ੀਕਲ ਮੈਮਰੀ ਹੈ। ਠੀਕ ਹੈ, ਜਦੋਂ ਦਾ ਡੇਟਾ ਜਾਂਦਾ, ਠੀਕ ਹੈ, ਮੇਨ ਮੈਮਰੀ ਤੋਂ ਡੇਟਾ ਜਾਂਦਾ ਸੈਕੰਡਰੀ ਮੈਮਰੀ ਨੂੰ ਤਾਂ ਉਹਨੂੰ ਕੀ ਕਿਹਾ ਜਾਂਦਾ? ਸਵੈਪ ਆਊਟ। ਜਦੋਂ ਵਾਪਸ ਡੇਟਾ ਆਉਂਦਾ ਮੇਨ ਮੈਮਰੀ ਦੇ ਵਿੱਚ ਉਹਨੂੰ ਕੀ ਕਿਹਾ ਜਾਂਦਾ? ਸਵੈਪ ਇਨ। ਠੀਕ ਹੈ, ਆਪਾਂ ਨੂੰ ਪੇਜ ਰਿਪਲੇਸਮੈਂਟ ਦੀ ਐਲਗੋਰਿਦਮ ਦੀ ਲੋੜ ਕਿਉਂ ਪੈਂਦੀ ਹੈ? ਇਹ ਤਾਂ ਪੈਂਦੀ ਹੈ ਕਿ ਆਪਾਂ ਨੂੰ ਲੋਐਸਟ ਪੇਜ ਫਾਲਟ ਰੇਟ ਹੈ ਜਿਹੜਾ ਪ੍ਰੋਵਾਈਡ ਹੋਵੇ, ਮਤਲਬ ਕਿ ਘੱਟ ਤੋਂ ਘੱਟ ਜਿਹੜੀ ਮਤਲਬ ਕਿ ਕੋਈ ਵੀ ਗਲਤੀ ਦੀ ਗੁੰਜਾਇਸ਼ ਹੈ ਘੱਟ ਤੋਂ ਘੱਟ ਹੋਵੇ, ਉਹਦੇ ਲਈ ਆਪਾਂ ਨੂੰ ਪੇਜ ਰਿਪਲੇਸਮੈਂਟ ਐਲਗੋਰਿਦਮਸ ਦੀ ਲੋੜ ਪੈਂਦੀ ਹੈ। ਠੀਕ ਹੈ, ਦੇਖੋ ਜਿਵੇਂ ਡਾਇਗਰਾਮ ਦੇ ਵਿੱਚ ਬਣਿਆ ਹੋਇਆ ਵੀ ਕੋਈ ਵੀ ਜਦੋਂ ਪ੍ਰੋਗਰਾਮ ਮਤਲਬ ਕਿ ਮੈਮਰੀ ਦੇ ਵਿੱਚ ਸਟਾਰਟ ਹੁੰਦਾ ਡੇਟਾ, ਸਟਾਰਟ ਹੋਣ ਤੋਂ ਬਾਅਦ ਸੈਂਡ ਪੇਜ ਰਿਕੁਐਸਟ ਸੈਂਡ ਕੀਤੀ ਜਾਂਦੀ ਹੈ। ਜੇ ਤਾਂ ਪੇਜ ਫਾਊਂਡ ਹੋ ਜਾਂਦਾ, ਠੀਕ ਹੈ, ਜੇ ਤਾਂ ਫਾਊਂਡ ਹੋ ਜਾਂਦਾ ਤਾਂ ਉਹਨੂੰ ਆਪਾਂ ਕਹਿ ਦਾਂਗੇ ਹਿੱਟ। ਜੇ ਪੇਜ ਫਾਊਂਡ ਨਹੀਂ ਹੁੰਦਾ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਫਾਲਟ। ਠੀਕ ਹੈ, ਅਤੇ ਜੇ ਹਿੱਟ ਹੁੰਦਾ, ਹਿੱਟ ਤੋਂ ਬਾਅਦ ਡੇਟਾ ਕੀ ਹੋ ਜਾਂਦਾ? ਸਟਾਪ ਹੋ ਜਾਂਦਾ, ਮਤਲਬ ਕਿ ਜਿਹੜਾ ਕੰਮ ਹੈ ਉਹ ਪ੍ਰੋਸੈਸ ਹੋ ਗਿਆ। ਠੀਕ ਹੈ, ਅਦਰਵਾਈਜ਼ ਜੇ ਫਾਲਟ ਆ ਜਾਏ ਤਾਂ ਫੈਚ ਪੇਜ ਨੂੰ ਫੈਚ ਕੀਤਾ ਜਾਂਦਾ, ਦੁਬਾਰਾ ਦੇਖਿਆ ਜਾਂਦਾ ਔਰ ਫਿਰ ਜਿਹੜਾ ਡੇਟਾ ਉਹ ਪ੍ਰੋਸੈਸ ਹੋ ਕੇ ਸਟਾਪ ਹੁੰਦਾ। ਠੀਕ ਹੈ, ਇਹ ਕੀ ਨੇ? ਨੰਬਰ ਆਫ ਪੇਜ ਫਾਲਟਸ ਵਰਸਿਸ ਨੰਬਰ ਆਫ ਫਰੇਮਸ। ਠੀਕ ਹੈ, ਨੰਬਰ ਆਫ ਪੇਜ ਫਾਲਟਸ ਨੇ ਉਹ ਮਤਲਬ ਕਿ ਕੀ ਹੁੰਦੇ ਨੇ? ਉੱਪਰ ਨੂੰ ਜਾਂਦੇ ਨੇ, ਨੰਬਰ ਆਫ ਫਰੇਮਸ ਕੀ ਨੇ? ਨੀਚੇ ਨੂੰ ਆ ਰਹੇ। ਠੀਕ ਹੈ, ਇਹ ਡਾਇਗਰਾਮ ਹੈ ਨੰਬਰ ਆਫ ਪੇਜ ਫਾਲਟਸ ਵਰਸਿਸ ਨੰਬਰ ਆਫ ਪੇਜ ਫਰੇਮਸ। ਇਹ ਨੇ ਜਿਹੜੇ ਐਲਗੋਰਿਦਮਸ ਯੂਜ਼ ਹੁੰਦੇ ਨੇ, ਠੀਕ ਹੈ, ਪੇਜ ਰਿਪਲੇਸਮੈਂਟ ਵਾਸਤੇ। ਇਹ ਸਾਰੇ ਦੇ ਸਾਰੇ ਐਲਗੋਰਿਦਮਸ ਨੇ, ਬਟ ਆਪਾਂ ਇਹਨਾਂ ਦੇ ਵਿੱਚੋਂ ਸਿਰਫ 2 ਹੀ ਐਲਗੋਰਿਦਮ ਕਰਨੇ ਨੇ, ਫਸਟ ਇਨ ਫਸਟ ਆਊਟ ਐਂਡ ਲੀਸਟ ਰੀਸੈਂਟਲੀ ਯੂਜ਼ਡ। ਠੀਕ ਹੈ, ਜਿਹੜਾ ਫਸਟ ਐਲਗੋਰਿਦਮ ਹੈ ਫਸਟ ਇਨ ਫਸਟ ਆਊਟ, ਜਿਹਨੂੰ ਫੀਫੋ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਕੀ ਹੁੰਦੇ ਨੇ?
ਇਹਦੇ 'ਚ ਕਹਿੰਦੇ ਨੇ ਵੀ ਜਿਹੜੇ ਮੇਨ ਮੈਮਰੀ ਦੇ ਵਿੱਚ ਪੇਜਿਸ ਹੁੰਦੇ ਨੇ, ਮਤਲਬ ਕਿ ਡੇਟਾ ਹੁੰਦਾ, ਉਹ ਕੀ ਇੱਕ ਲਿਸਟ ਬਣਾ ਲਈ ਜਾਂਦੀ ਹੈ ਉਹਨਾਂ ਦੀ। ਉਸ ਤੋਂ ਬਾਅਦ ਕਹਿੰਦੇ ਫਸਟ ਇਨ ਫਸਟ ਆਊਟ ਇਜ਼ ਵੈਰੀ ਈਜ਼ੀ ਟੂ ਇੰਪਲੀਮੈਂਟ। ਈਜ਼ੀ ਹੁੰਦਾ ਇੰਪਲੀਮੈਂਟ ਕਰਨਾ। ਔਰ ਇਸ ਐਲਗੋਰਿਦਮ ਦੇ ਵਿੱਚ ਕੀ ਕਰਦੇ ਆ ਆਪਾਂ, ਸਿਲੈਕਟ ਕਰਦੇ ਆ ਪੇਜ ਨੂੰ ਰਿਪਲੇਸਮੈਂਟ ਵਾਸਤੇ ਜਿਹੜਾ ਕਿ ਮੈਮਰੀ ਦੇ ਵਿੱਚ ਲੌਂਗੈਸਟ ਟਾਈਮ ਵਾਸਤੇ ਰਹਿ ਰਿਹਾ ਹੋਵੇ, ਠੀਕ ਹੈ, ਜਿਹੜਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਵਾਸਤੇ ਰਹਿ ਸਕੇ। ਦੇਖੋ ਇਹਦੀ ਐਗਜ਼ਾਮਪਲ ਹੈ, ਠੀਕ ਹੈ। ਇਹਦੇ ਵਿੱਚ ਡੇਟਾ ਦਿੱਤਾ ਹੋਇਆ, ਉੱਪਰ ਕੀ ਹੈ ਰੈਫਰੈਂਸ ਸਟ੍ਰਿੰਗ ਦਿੱਤੀ ਹੋਈ, ਰੈਫਰੈਂਸ ਸਟ੍ਰਿੰਗ ਦੇ ਨੀਚੇ ਕੀ ਹੈ ਡੇਟਾ ਦਿੱਤਾ ਹੋਇਆ ਅਲੱਗ-ਅਲੱਗ ਐਡਰੈਸਿਸ ਦੇ ਉੱਪਰ, ਠੀਕ ਹੈ। ਇਹਦੇ ਵਿੱਚ ਕੀ ਹੈ ਦੇਖੋ, ਜਿਹੜਾ ਓਲਡੈਸਟ ਹੈ, ਸਭ ਤੋਂ ਪੁਰਾਣਾ ਕੀ ਹੈ, ਓਲਡੈਸਟ ਹੈਗਾ ਸਭ ਤੋਂ ਉੱਪਰ 7, ਠੀਕ ਹੈ। ਉਸ ਤੋਂ ਬਾਅਦ ਨਿਊਐਸਟ ਪੇਜ ਫਰੇਮ ਕਿਹੜਾ, ਫਸਟ, ਕਿਉਂਕਿ ਫਸਟ ਤੋਂ ਇਹ ਸਟਾਰਟ ਹੋ ਰਿਹਾ। ਤੇ ਇਹ ਜਿਹੜੀ ਸਪੇਸ ਹੈ ਇੱਥੇ ਕੀ ਹੋਏਗਾ, ਹਿੱਟ ਹੋਏਗਾ। ਇੱਥੇ ਮਤਲਬ ਕਿ 0 ਹੈ, 0 ਦੇ ਉੱਪਰ ਆਪਾਂ ਨੂੰ ਜਿਹੜਾ ਡੇਟਾ ਉਹ ਮਿਲ ਚੁੱਕਿਆ, ਉੱਥੇ ਕੀ ਹੋਗਾ ਹਿੱਟ, ਮਤਲਬ ਕਿ ਪੇਜ ਹੈ ਇੱਥੇ ਫਾਊਂਡ ਹੋ ਚੁੱਕਿਆ। ਇੱਥੇ ਵੀ ਪੇਜ ਫਾਊਂਡ ਹੋਇਆ ਤਾਂ ਕਰਕੇ ਹਿੱਟ, ਇੱਥੇ ਹੋਇਆ ਤਾਂ ਕਰਕੇ ਹਿੱਟ, ਠੀਕ ਹੈ। ਇਹਦੇ 'ਚ ਕੀ ਹੈ ਦੇਖੋ, ਫਸਟ ਇਨ ਫਸਟ ਆਊਟ ਦਾ ਮਤਲਬ ਜਿਹੜਾ ਸਭ ਤੋਂ ਫਸਟ ਤੇ ਆ ਰਿਹਾ ਉਹ ਫਸਟ ਤੇ ਨਿਕਲੇਗਾ। 7 ਆ ਰਿਹਾ, 7 ਫਸਟ ਦੇ ਉੱਪਰ ਬਾਹਰ ਨਿਕਲ ਰਿਹਾ, ਠੀਕ ਹੈ। ਇਹ ਕੀ ਸੀ, ਫਸਟ ਇਨ ਫਸਟ ਆਊਟ, ਮਤਲਬ ਕਿ ਜਿਹੜਾ ਸਭ ਤੋਂ ਪਹਿਲਾਂ ਆਏਗਾ ਨੰਬਰ ਉਹ ਸਭ ਤੋਂ ਫਸਟ ਦੇ ਉੱਪਰ ਹੀ ਬਾਹਰ ਨਿਕਲੇਗਾ, ਠੀਕ ਹੈ। ਫੀਫੋ ਦੀਆਂ ਐਡਵਾਂਟੇਜਸ ਕੀ ਨੇ, ਇੱਕ ਤਾਂ ਇਹ ਫੀਫੋ ਕੀ ਹੈ ਈਜ਼ੀ ਟੂ ਅੰਡਰਸਟੈਂਡ ਹੈ। ਉਸ ਤੋਂ ਬਾਅਦ ਕੀ ਈਜ਼ੀ ਟੂ ਇੰਪਲੀਮੈਂਟ, ਇਹਨੂੰ ਇੰਪਲੀਮੈਂਟ ਕਰਨਾ ਵੀ ਈਜ਼ੀ ਔਰ ਇਹਨੂੰ ਅੰਡਰਸਟੈਂਡ ਵੀ ਈਜ਼ੀਲੀ ਹੋ ਜਾਂਦਾ ਹੈ। ਡਿਸਐਡਵਾਂਟੇਜਸ ਕੀ ਨੇ, ਵੀ ਓਲਡੈਸਟ ਬਲੌਕ ਹੈ ਉਹ ਮੈਮਰੀ ਦੇ ਵਿੱਚ ਆਫਨ ਯੂਜ਼ਡ ਹੁੰਦਾ, ਠੀਕ ਹੈ। ਵੀ ਓਲਡੈਸਟ ਜਿਹੜਾ ਸਭ ਤੋਂ ਪੁਰਾਣਾ ਉਹ ਸਭ ਤੋਂ ਘੱਟ ਜਾਂ ਕਹਿ ਸਕਦੀ ਹੋਈ ਹੈ ਵੀ ਉਹ ਯੂਜ਼ ਹੁੰਦਾ। ਨੈਕਸਟ ਹੈਗਾ ਲੀਸਟ ਰਿਸੈਂਟਲੀ ਯੂਜ਼ਡ, ਮਤਲਬ ਕਿ LRU। ਇਹ ਉਹ ਪੇਜ ਰਿਪਲੇਸਮੈਂਟ ਐਲਗੋਰਿਦਮ ਹੈ, ਉਦੋਂ ਯੂਜ਼ ਹੁੰਦਾ ਜਦੋਂ ਆਪਾਂ ਨੇ ਕੀ ਕਰਨੇ ਹੋਣ, ਪੇਜ ਨੇ ਜਿਹੜੇ ਉਹ ਟਰੈਕ ਕਰਨੇ ਹੋਣ ਸ਼ਾਰਟ ਪੀਰੀਅਡ ਆਫ ਟਾਈਮ ਦੇ। ਉਹ ਲਾਸਟ ਟਾਈਮ ਕੀ ਸੀ, ਲੌਂਗ ਪੀਰੀਅਡ ਆਫ ਟਾਈਮ ਸੀ, ਇਹਦੇ 'ਚ ਕੀ ਹੈ ਸ਼ਾਰਟ ਪੀਰੀਅਡ ਆਫ ਟਾਈਮ, ਠੀਕ ਹੈ। ਉਸ ਤੋਂ ਬਾਅਦ ਇਹਦੇ ਡਾਇਗਰਾਮ ਦੇ ਵਿੱਚ ਦੇਖੋ, ਸੇਮ ਡਾਇਗਰਾਮ ਹੈ। ਇਹਦੇ 'ਚ ਕੀ ਹੈ, ਜਿਹੜਾ ਰਿਸੈਂਟਲੀ ਰੈਫਰੈਂਸਡ ਕੀ ਹੈ 0, ਠੀਕ ਹੈ। ਮਤਲਬ ਕਿ ਸਭ ਤੋਂ ਜ਼ਿਆਦਾ ਇਹਦੇ 'ਚ ਕੀ ਯੂਜ਼ ਹੋ ਰਿਹਾ, 0 ਹੋ ਰਿਹਾ ਰਿਸੈਂਟਲੀ ਯੂਜ਼ਡ, ਠੀਕ ਹੈ। ਤਾਂ ਕਰਕੇ ਇਹਨੂੰ ਲੀਸਟ ਰਿਸੈਂਟਲੀ ਯੂਜ਼ਡ ਕਿਹਾ ਜਾਂਦਾ, ਵੀ ਜਿਹੜਾ ਸਭ ਤੋਂ ਘੱਟ ਜਿਹੜਾ ਯੂਜ਼ ਹੁੰਦਾ ਉਹਨੂੰ ਕੀ ਕਿਹਾ ਜਾਂਦਾ, ਲੀਸਟ ਰਿਸੈਂਟਲੀ ਯੂਜ਼ਡ, ਠੀਕ ਹੈ। ਸੇਮ ਚੀਜ਼ ਹੈ, ਹਿੱਟ ਇੱਥੇ ਵਾਰ-ਵਾਰ ਹੋ ਰਹੀ ਹੈ, 1 2 3 4 5 6 ਟਾਈਮ ਹਿੱਟ ਹੋ ਰਿਹਾ, ਠੀਕ ਹੈ। 6 ਟਾਈਮ ਹਿੱਟ ਹੋ ਰਿਹਾ 0, ਠੀਕ ਹੈ। ਤਾਂ ਕਰਕੇ ਲੀਸਟ ਰਿਸੈਂਟਲੀ ਯੂਜ਼ਡ ਹੈ ਜਿਹੜਾ ਉਹ ਐਲਗੋਰਿਦਮ ਹੈ, ਇਹਨੂੰ ਕਿਹਾ ਜਾਂਦਾ, ਠੀਕ ਹੈ। ਤੇ ਐਡਵਾਂਟੇਜਸ ਇਹ ਕੀ ਹੈ, ਕੁਆਇਟ ਐਫੀਸ਼ੀਐਂਟ ਹੈ, ਠੀਕ ਹੈ, ਵੀ ਬਹੁਤ ਵਧੀਆ ਤਰੀਕੇ ਨਾਲ ਇਹ ਯੂਜ਼ ਕੀਤਾ ਜਾਂਦਾ। ਡਿਸਐਡਵਾਂਟੇਜ ਕੀ, ਇੰਪਲੀਮੈਂਟੇਸ਼ਨ ਇਹਦੀ ਡਿਫੀਕਲਟ ਹੁੰਦੀ ਹੈ। ਇਹ ਐਲਗੋਰਿਦਮ ਰਿਕੁਆਇਰ ਕਰਦਾ ਟਰੈਕ ਆਫ ਵਟ ਵਾਜ਼ ਯੂਜ਼ਡ ਵੈਨ ਵਿਚ ਇਜ਼ ਐਕਸਪੈਂਸਿਵ ਇਫ ਵਨ ਵਾਂਟ ਟੂ ਮੇਕ ਸ਼ੋਰ ਦ ਐਲਗੋਰਿਦਮ ਆਲਵੇਜ਼ ਡਿਸਕਾਰਡ ਦ ਲੀਸਟ ਰਿਸੈਂਟਲੀ ਯੂਜ਼ਡ ਆਈਟਮ। ਕਹਿੰਦੇ ਇਹਦੇ ਵਿੱਚ ਜੇ ਆਪਾਂ ਨੂੰ ਜ਼ਿਆਦਾ ਮਤਲਬ ਕਿ ਡਾਟਾ ਦੀ ਲੋੜ ਹੋਵੇ ਤਾਂ ਇਹ ਸਿਰਫ ਉਹੀ ਯੂਜ਼ ਕਰੂਗਾ ਜਿਹੜਾ ਲੀਸਟ ਰਿਸੈਂਟਲੀ ਯੂਜ਼ਡ ਹੋਵੇ, ਤਾਂ ਕਰਕੇ ਇਹਦੇ 'ਚ ਇੰਪਲੀਮੈਂਟੇਸ਼ਨ ਕੀ ਹੁੰਦੀ ਹੈ, ਡਿਫੀਕਲਟ ਹੁੰਦੀ ਹੈ, ਠੀਕ ਹੈ। ਨੈਕਸਟ ਟੌਪਿਕ ਹੈਗਾ ਆਪਣੀ ਕੈਸ਼ੇ ਮੈਪਿੰਗ, ਠੀਕ ਹੈ। ਕੈਸ਼ੇ ਮੈਪਿੰਗ ਹੁੰਦੀ ਕੀ ਹੈ, ਉਹ ਤੋਂ ਪਹਿਲਾਂ ਕੈਸ਼ੇ ਮੈਮਰੀ ਬਾਰੇ ਜਾਣ ਲਈਏ। ਕੈਸ਼ੇ ਮੈਮਰੀ ਕੀ ਹੁੰਦੀ ਹੈ, ਸਪੈਸ਼ਲ ਮੈਮਰੀ ਹੁੰਦੀ ਹੈ ਜਿਹੜੀ ਬਹੁਤ ਜ਼ਿਆਦਾ ਹਾਈ ਸਪੀਡ ਵਾਲੀ ਮੈਮਰੀ ਹੁੰਦੀ ਹੈ, ਠੀਕ ਹੈ। ਇਹ ਮਤਲਬ ਕਿ ਜਿਹੜੀ CPU ਨੂੰ ਹਾਈ ਸਪੀਡ ਦੇ ਉੱਪਰ ਸਿੰਕਰੋਨਾਈਜ਼ ਕਰਦੀ ਹੈ, ਉਹਨੂੰ ਸਪੀਡ ਅਪ ਕਰਦੀ ਹੈ। ਕੈਸ਼ੇ ਮੈਮਰੀ ਕੋਸਟਲੀਅਰ ਹੁੰਦੀ ਹੈ ਮੇਨ ਮੈਮਰੀ ਤੋਂ, ਜਾਂ ਆਪਾਂ ਡਿਸਕ ਮੈਮਰੀ ਤੋਂ ਵੀ ਲਾ ਲਈਏ ਤਾਂ ਇਹ ਜ਼ਿਆਦਾ ਕੋਸਟਲੀ ਹੁੰਦੀ ਹੈ, ਠੀਕ ਹੈ। ਬਟ ਇਹ ਫਾਸਟ ਹੁੰਦੀ ਹੈ, ਠੀਕ ਹੈ। ਅਤੇ ਇਹ ਮਤਲਬ ਕਿ ਬਫਰ ਦੀ ਤਰ੍ਹਾਂ ਕੰਮ ਕਰਦੀ ਹੈ ਰੈਮ ਅਤੇ CPU ਦੇ ਸੈਂਟਰ ਦੇ ਵਿੱਚ, ਠੀਕ ਹੈ। ਮਤਲਬ ਕਿ ਇਹ ਜਿਹੜਾ ਡੇਟਾ ਵੀ ਮੈਮਰੀ ਦੇ ਵਿੱਚ, ਮੇਨ ਮੈਮਰੀ ਦੇ ਵਿੱਚ ਡੇਟਾ ਅਸੈਸ ਹੋ ਰਿਹਾ ਹੁੰਦਾ, ਉਹਦੀ ਮਤਲਬ ਕਿ ਐਵਰੇਜ ਟਾਈਮ ਨੂੰ ਰਿਡਿਊਸ ਕਰ ਦਿੰਦੀ ਹੈ, ਠੀਕ ਹੈ। ਜਿਹਦਾ ਡਾਇਗਰਾਮ ਬਣਿਆ ਹੋਇਆ ਦੇਖੋ, CPU ਦੇ ਨਾਲ ਕੈਸ਼ੇ ਮੈਮਰੀ ਵਿੱਚ ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ, ਠੀਕ ਹੈ। ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ ਤੋਂ ਪਹਿਲਾਂ ਇਹ ਕੰਮ ਕਰਦੀ ਹੈ ਕੈਸ਼ੇ ਮੈਮਰੀ, ਠੀਕ ਹੈ। ਤਾਂ ਕਰਕੇ ਇਹ ਫਾਸਟ ਹੁੰਦੀ ਹੈ। ਨੋਰਮਲੀ ਆਪਣੇ ਕੋਲ 4 ਤਰ੍ਹਾਂ ਦੀਆਂ ਮੈਮਰੀਜ਼ ਹੁੰਦੀਆਂ ਨੇ, ਜਿਵੇਂ ਕੀ ਹੁੰਦੇ ਨੇ, ਸਭ ਤੋਂ ਪਹਿਲੀ ਲੈਵਲ 1 ਹੁੰਦੇ ਰਜਿਸਟਰਸ, ਜਿਹਦੇ ਵਿੱਚ ਮਤਲਬ ਕਿ ਜਿਹੜਾ ਮੈਮਰੀ ਦੇ ਵਿੱਚ ਡੇਟਾ ਸਟੋਰ ਹੁੰਦਾ ਉੱਥੇ ਉਹ ਕਿਹੜੇ ਐਡਰੈਸ ਦੇ ਉੱਪਰ ਸਟੋਰ ਹੈ, ਠੀਕ ਹੈ, ਉਹ ਕੀ ਹੁੰਦਾ, ਉਹ ਰਜਿਸਟਰਸ ਹੁੰਦੇ ਨੇ। ਕੈਸ਼ੇ ਮੈਮਰੀ ਹੁੰਦੀ ਹੈ ਫਾਸਟੈਸਟ ਮੈਮਰੀ ਹੁੰਦੀ ਹੈ, ਇਹ ਡੇਟੇ ਨੂੰ ਟੈਂਪਰੇਰੀ ਸਟੋਰ ਕਰਦੀ ਹੈ ਫਾਸਟਰ ਅਸੈਸ ਦੇ ਲਈ। ਮੇਨ ਮੈਮਰੀ ਵੀ ਕੀ ਹੁੰਦੀ ਹੈ, ਟੈਂਪਰੇਰੀ ਹੁੰਦੀ ਹੈ, ਵੀ ਜਿਹੜਾ ਕਰੰਟਲੀ ਕੰਮ ਚੱਲ ਰਿਹਾ ਹੋਵੇ ਉਹਨੂੰ ਉਹ ਕਾਹਦੇ 'ਚ ਸਟੋਰ ਹੁੰਦਾ, ਮੇਨ ਮੈਮਰੀ 'ਚ। ਉਸ ਤੋਂ ਬਾਅਦ ਹੁੰਦੀ ਸੈਕੰਡਰੀ ਮੈਮਰੀ ਜਿਹੜੀ ਪਰਮਾਨੈਂਟਲੀ ਸਟੋਰ ਕਰਦੀ ਹੈ ਡੇਟੇ ਨੂੰ, ਠੀਕ ਹੈ। ਨੈਕਸਟ ਆਪਣਾ ਟੌਪਿਕ ਹੈਗਾ ਕੈਸ਼ੇ ਮੈਪਿੰਗ। ਕੈਸ਼ੇ ਮੈਪਿੰਗ ਕੀ ਹੁੰਦੀ ਹੈ, ਡਿਫਰੈਂਟ ਤਰ੍ਹਾਂ ਦੀਆਂ ਮੈਪਿੰਗਸ ਹੁੰਦੀਆਂ ਨੇ ਉਹਦੇ ਵਿੱਚ। ਕੈਸ਼ੇ ਮੈਮਰੀ ਦੇ ਵਿੱਚ 3 ਟਾਈਪਸ ਦੀਆਂ ਹੁੰਦੀਆਂ ਨੇ, ਡਾਇਰੈਕਟ, ਐਸੋਸੀਏਟਿਵ ਐਂਡ ਸੈਟ ਐਸੋਸੀਏਟਿਵ ਮੈਪਿੰਗ, ਠੀਕ ਹੈ। ਸਭ ਤੋਂ ਪਹਿਲਾਂ ਹੈਗੀ ਡਾਇਰੈਕਟ ਮੈਪਿੰਗ। ਡਾਇਰੈਕਟ ਮੈਪਿੰਗ ਕੀ ਹੈ, ਇੱਕ ਸਿੰਪਲੈਸਟ ਟੈਕਨੀਕ ਹੈ ਜਿਹਨੂੰ ਡਾਇਰੈਕਟ ਮੈਪਿੰਗ ਕਿਹਾ ਜਾਂਦਾ। ਇਹਦੇ 'ਚ ਕੀ ਕਰਦੇ ਨੇ,
ਜਿਹੜਾ ਮੇਨ ਮੈਮਰੀ ਦਾ ਹਰ ਇੱਕ ਬਲੋਕ ਹੈ ਉਹ ਮੈਪਸ ਕੀ ਹੁੰਦਾ ਵਨ ਪੋਸੀਬਲ ਕੈਸ਼ੇ ਲਾਈਨ ਦੇ ਉੱਪਰ ਮੈਪ ਹੁੰਦਾ, ਠੀਕ ਹੈ। ਔਰ ਕੀ ਹੁੰਦਾ ਇਹ ਈਚ ਮੈਮਰੀ ਬਲੋਕ ਨੂੰ ਅਸਾਈਨ ਕਰਦੇ ਨੇ ਸਪੈਸੀਫਿਕ ਲਾਈਨ ਇਨ ਦਾ ਕੈਸ਼ੇ। ਕੈਸ਼ੇ ਦੇ ਵਿੱਚ ਇੱਕ ਸਪੈਸੀਫਿਕ ਲਾਈਨ ਹੈ ਜਿਹੜੀ ਹਰ ਇੱਕ ਮਤਲਬ ਕਿ ਮੈਮਰੀ ਬਲੋਕ ਨੂੰ ਅਲੱਗ ਤੋਂ ਜਿਹੜੀ ਉਹ ਡਿਨੋਟ ਕੀਤੀ ਜਾਂਦੀ ਹੈ। ਕਹਿੰਦੇ ਜੇ ਲਾਈਨ ਹੈ ਉਹ ਪਹਿਲਾਂ ਹੀ ਆਈ ਹੁੰਦੀ ਹੈ ਮੈਮਰੀ ਦੇ ਵਿੱਚ ਤਾਂ ਉਹ ਨਿਊ ਬਲੋਕ ਬਣਾਉਣ ਵਾਸਤੇ ਉਹਨੂੰ ਨੀਡ ਹੋਏਗੀ ਉਹਦੀ ਮਤਲਬ ਕਿ ਲਾਈਨ ਦੀ ਨੀਡ ਹੋਏਗੀ। ਅਤੇ ਜਿਹੜਾ ਓਲਡ ਬਲੋਕ ਹੋਊਗਾ ਵੀ ਪੁਰਾਣਾ ਮੈਮਰੀ ਦੇ ਵਿੱਚ ਉਹ ਬਲੋਕ ਪਹਿਲਾਂ ਯੂਜ਼ ਕੀਤਾ ਹੋਊਗਾ ਤਾਂ ਉਹ ਕੀ ਹੋ ਜਾਊਗਾ ਟਰੈਸ਼ ਹੋ ਜਾਊਗਾ, ਨਵਾਂ ਬਲੋਕ ਹੈ ਜਿਹੜਾ ਉਹ ਅਸੈਸ ਹੋ ਜਾਏਗਾ, ਠੀਕ ਹੈ। ਇਹਦੇ ਵਿੱਚ ਮਤਲਬ ਕਿ ਹਿੱਟ ਰੇਸ਼ੋ ਦੇ ਫਾਰਮੂਲੇ ਦੇ ਨਾਲ ਇਹਨੂੰ ਕੀਤਾ ਜਾਂਦਾ I = J ਮੋਡਿਊਲੋ M। ਇੱਥੇ ਕੀ ਹੈ I ਕੀ ਹੈ ਕੈਸ਼ੇ ਲਾਈਨ ਨੰਬਰ ਹੈ, J ਕੀ ਹੈ ਮੇਨ ਮੈਮਰੀ ਬਲੋਕ ਦਾ ਨੰਬਰ ਹੈ। ਮਤਲਬ ਕਿ ਕੈਸ਼ੇ ਲਾਈਨ ਨੰਬਰ ਬਰਾਬਰ ਕਾਹਦੇ ਹੋਊਗਾ ਮੇਨ ਮੈਮਰੀ ਬਲੋਕ ਨੰਬਰ ਦੇ। M ਕੀ ਹੈ ਇੱਥੇ ਨੰਬਰ ਆਫ ਲਾਈਨਸ ਇਨ ਦਾ ਕੈਸ਼ੇ ਵੀ ਕਿੰਨੀਆਂ ਲਾਈਨਸ ਨੇ ਕੈਸ਼ੇ ਦੇ ਵਿੱਚ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਠੀਕ ਹੈ। ਜਿਵੇਂ ਡਾਇਗਰਾਮਸ ਨੇ ਮੇਨ ਮੈਮਰੀ ਦਿੱਤੀ ਔਰ ਕੈਸ਼ੇ ਮੈਮਰੀ ਦਿੱਤੀ ਹੋਈ ਹੈ। ਮੇਨ ਮੈਮਰੀ ਦੇ ਵਿੱਚ ਜਿਹੜਾ ਟੈਗ ਹੈ ਮਤਲਬ ਕਿ ਇੰਸਟਰਕਸ਼ਨ ਦਾ ਐਡਰੈਸ ਹੈ ਉਹ ਕੀ ਕਰੇਗਾ ਉਹਦੇ ਵਿੱਚ ਟੈਗ ਵੀ ਆਏਗਾ ਔਰ ਲਾਈਨ ਆਫਸੈਟ ਵੀ ਕਿਹੜੀ ਲਾਈਨ ਹੈ ਜਿਹੜੀ ਉਹ ਮਤਲਬ ਕਿ ਕੈਸ਼ੇ ਦੀ ਲਾਈਨ ਹੈ ਵੀ ਕਿਹੜਾ ਮਤਲਬ ਕਿ ਡੇਟਾ ਜਿਹੜਾ ਉਹ ਪ੍ਰੋਸੈਸ ਹੋ ਰਿਹਾ, ਠੀਕ ਹੈ। ਨੀਚੇ ਵਾਲਾ ਡਾਇਗਰਾਮ ਦੇਖੋ ਇਹਦੇ 'ਚ ਕੀ ਹੈ ਮੇਨ ਮੈਮਰੀ ਪੇਜਿਸ ਦਿੱਤੇ ਹੋਏ ਨੇ, ਠੀਕ ਹੈ। ਉਹਨਾਂ ਦੇ ਵਿੱਚ ਕੈਸ਼ੇ ਉਹਦੇ ਵਿੱਚ ਬਲੋਕ ਫਰੇਮਸ ਨੇ ਇੱਕ ਸਾਈਡ ਦੇ ਉੱਪਰ, ਇੱਕ ਕੈਸ਼ੇ ਕੰਟਰੋਲ ਲੌਜਿਕ ਹੈ, ਨੀਚੇ CPU ਦਿੱਤਾ ਹੋਇਆ, ਠੀਕ ਹੈ। ਜਿਹੜਾ ਸਭ ਤੋਂ ਪਹਿਲਾਂ ਬਲੋਕ ਆਏਗਾ ਉਹਨੂੰ 0 ਅਸੈਸ ਕੀਤਾ ਜਾਏਗਾ, ਜਿਹੜਾ ਦੂਜੇ ਨੰਬਰ 'ਤੇ ਬਲੋਕ ਹੋਏਗਾ ਉਹਨੂੰ 1, ਫਿਰ ਉਸ ਤੋਂ ਬਾਅਦ 2 3 4 ਐਵੇਂ ਕੀ ਹੋਣਗੇ ਅਸੈਸ ਹੋਣਗੇ। ਔਰ ਜਿਹੜਾ ਲਾਸਟ 'ਤੇ ਕੀ ਹੋਇਆ ਸੈੱਟ ਕੀ ਹੋ ਗਿਆ S-1 ਮਤਲਬ ਕਿ ਟੋਟਲ ਨੰਬਰ ਆਫ ਵੈਲਿਊਜ਼ ਦੇ ਵਿੱਚੋਂ ਇੱਕ ਮਾਈਨਸ ਕਰਕੇ ਆਪਾਂ ਉਹਨੂੰ ਅਸੈਸ ਕਰਾਂਗੇ। ਐਸੋਸੀਏਟਿਵ ਮੈਪਿੰਗ ਕੀ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਇਹ ਯੂਜ਼ਡ ਹੁੰਦੀ ਹੈ ਸਟੋਰ ਕਰਨ ਵਾਸਤੇ, ਕਿਹਨੂੰ ਸਟੋਰ ਕਰਨ ਵਾਸਤੇ ਕੰਟੈਂਟਸ ਨੂੰ ਅਤੇ ਐਡਰੈਸਿਸ ਨੂੰ, ਮੈਮਰੀ ਵਰਡਸ ਦੇ ਨੂੰ ਮੈਮਰੀ ਵਰਡਸ ਦੇ ਐਡਰੈਸਿਸ ਅਤੇ ਕੰਟੈਂਟਸ ਨੂੰ ਇਹ ਸਟੋਰ ਕਰਨ ਲਈ ਯੂਜ਼ ਹੁੰਦੀ ਹੈ ਐਸੋਸੀਏਟਿਵ ਮੈਪਿੰਗ। ਕਹਿੰਦੇ ਕੋਈ ਵੀ ਬਲੋਕ ਹੈ ਜਿਹੜਾ ਇਹਦੇ ਵਿੱਚ ਕਿਤੇ ਵੀ ਕਿੰਨੀਆਂ ਵੀ ਲਾਈਨਸ ਆਫ ਕੈਸ਼ੇ ਲੈ ਸਕਦਾ, ਜਿਵੇਂ ਉਹਦੇ 'ਚ ਹਰ ਇੱਕ ਮਤਲਬ ਕਿ ਅਲੱਗ-ਅਲੱਗ ਮੈਮਰੀ ਬਲੋਕ ਨੂੰ ਅਲੱਗ-ਅਲੱਗ ਕੈਸ਼ੇ ਲਾਈਨ ਦਿੱਤੀ ਗਈ ਸੀ, ਇਹਦੇ 'ਚ ਕੋਈ ਵੀ ਬਲੋਕ ਹੈ ਕੋਈ ਵੀ ਕੈਸ਼ੇ ਲਾਈਨ ਹੈ ਅਸੈਸ ਕਰ ਸਕਦਾ, ਠੀਕ ਹੈ। ਇਹਦੇ ਵਿੱਚ ਕੀ ਜਿਵੇਂ ਦਾ ਡਾਇਗਰਾਮ ਦਿੱਤਾ ਹੋਇਆ ਨੀਚੇ ਕਿ ਉਹਦੇ 'ਚ ਮੇਨ ਮੈਮਰੀ ਦਿੱਤੀ ਹੋਈ ਦੇਖੋ ਬਲੋਕ ਫਰੇਮਸ ਨੇ ਔਰ ਨੀਚੇ ਕੈਸ਼ੇ ਕੰਟਰੋਲ ਲੌਜਿਕ ਹੈ CPU ਹੈ, ਮਤਲਬ ਕਿ ਕੈਸ਼ੇ ਕੰਟਰੋਲ ਲੌਜਿਕ ਅਤੇ CPU ਇਕੱਠੇ ਕੰਮ ਕਰ ਰਹੇ ਨੇ ਇਹਦੇ ਵਿੱਚ ਬਲੋਕ ਫਰੇਮਸ ਦੇ ਰੂਪ ਦੇ ਵਿੱਚ। ਇਹਦੇ ਵਿੱਚ ਜਿਹੜਾ ਸਭ ਤੋਂ ਲਾਸਟ 'ਤੇ ਹੋਊਗਾ ਉਹਨੂੰ ਸੈੱਟ 0 ਦਿੱਤਾ ਜਾਊਗਾ, ਠੀਕ ਹੈ। ਔਰ ਜਿਹੜਾ ਉਸ ਤੋਂ ਐਵੇਂ ਦਿੱਤੇ ਜਾਣਗੇ, ਠੀਕ ਹੈ। ਇਹ ਇੱਧਰੋਂ ਸਟਾਰਟ ਹੋਣਗੇ ਉਹ ਉੱਪਰੋਂ ਨੀਚੇ ਨੂੰ ਸਟਾਰਟ ਹੋਏ ਸੀ, ਠੀਕ ਹੈ। ਇਹ ਇਸ ਸਾਈਡ ਤੋਂ ਸਟਾਰਟ ਹੋਣਗੇ। ਉਸ ਤੋਂ ਬਾਅਦ ਹੈਗੀ ਸੈੱਟ ਐਸੋਸੀਏਟਿਵ ਮੈਪਿੰਗ। ਇਹ ਵਿੱਚ ਕੀ ਹੈ ਇਹ ਐਨਹਾਂਸਡ ਫਾਰਮ ਹੈ ਡਾਇਰੈਕਟ ਮੈਪਿੰਗ ਦੀ, ਜਿਹਦੇ ਵਿੱਚ ਡਰਾਬੈਕਸ ਨੇ ਮਤਲਬ ਕਿ ਜਿਹੜੀ ਡਾਇਰੈਕਟ ਮੈਪਿੰਗ ਦੀਆਂ ਕੁਛ ਪ੍ਰੋਬਲਮ ਸੀ ਉਹਨਾਂ ਨੂੰ ਸੋਲਵ ਕਰਕੇ ਇਹਨੂੰ ਵਧੀਆ ਬਣਾਇਆ ਗਿਆ। ਸੈੱਟ ਐਸੋਸੀਏਟਿਵ ਦੇ ਵਿੱਚ ਕੀ ਕਰਦੇ ਨੇ ਇਹ ਪ੍ਰੋਬਲਮ ਨੂੰ ਐਡਰੈਸ ਕੀਤਾ ਜਾਂਦਾ ਵੀ ਉਹ ਕਿੰਨੇ ਵਾਰੀ ਜਿਹੜੀ ਮਤਲਬ ਕਿ ਡਾਇਰੈਕਟ ਮੈਪਿੰਗ ਮੈਥਡ ਦੇ ਵਿੱਚ ਉਹ ਟਰੈਸ਼ ਹੋਈ, ਠੀਕ ਹੈ। ਮਤਲਬ ਕਿ ਹਰ ਇੱਕ ਲਾਈਨ ਹੈ ਮਤਲਬ ਕਿ ਬਲੋਕ ਨੂੰ ਹਰ ਇੱਕ ਬਲੋਕ ਨੂੰ ਇੱਕ ਲਾਈਨ ਦਿੱਤੀ ਗਈ ਸੀ, ਉਹਦੇ ਵਿੱਚ ਮਤਲਬ ਕਿ ਕਈ ਵਾਰੀ ਕੋਈ ਲਾਈਨਾਂ ਜਿਹੜੀਆਂ ਨੇ ਉਹ ਇਕੱਠੀਆਂ ਆ ਜਾਂਦੀਆਂ ਨੇ, ਠੀਕ ਹੈ, ਜਿਨ੍ਹਾਂ ਦੇ ਵਿੱਚ ਇੱਕ ਸੈੱਟ ਬਣ ਜਾਂਦਾ ਅਤੇ ਉਹ ਮੈਮਰੀ ਦੇ ਵਿੱਚ ਕੀ ਨੇ ਹਰ ਇੱਕ ਲਾਈਨ ਹੈ ਜਿਹੜੀ ਇੱਕ ਸੈੱਟ ਨੂੰ ਇੱਕ ਲਾਈਨ ਦਿੱਤੀ ਗਈ ਹੈ ਅਤੇ ਜਿਹੜੀ ਸੈੱਟ ਐਸੋਸੀਏਟਿਵ ਮੈਪਿੰਗ ਹੈ ਉਹ ਅਲਾਓ ਕਰਦੀ ਹੈ ਹਰ ਇੱਕ ਵਰਡ ਨੂੰ ਕਿ ਉਹ ਕੈਸ਼ੇ ਮਤਲਬ ਕਿ ਕੈਸ਼ੇ ਦੇ ਵਿੱਚ 2 ਜਾਂ 2 ਤੋਂ ਵੱਧ ਵਰਡਸ ਨੂੰ ਮੇਨ ਮੈਮਰੀ ਦੇ ਵਿੱਚ ਸਟੋਰ ਕਰ ਸਕੇ, ਇਹ ਐਡਰੈਸਿਸ ਦਾ ਯੂਜ਼ ਕਰਕੇ ਉਹਨਾਂ ਨੂੰ ਅਸੈਸਿੰਗ ਮਿਲ ਸਕੇ, ਠੀਕ ਹੈ। ਜਿਵੇਂ ਇਹਦੇ 'ਚ ਦੇਖੋ ਇਹਦਾ ਨੀਚੇ ਹੋਇਆ M = V × K I = J mod V। ਇਹਦੇ 'ਚ I ਕੀ ਹੈ ਕੈਸ਼ੇ ਸੈੱਟ ਨੰਬਰ ਹੈ, J ਮੇਨ ਮੈਮਰੀ ਬਲੋਕ ਹੈ, V ਨੰਬਰ ਆਫ ਸੈੱਟਸ ਹੈ, M ਕੀ ਹੈ ਨੰਬਰ ਆਫ ਲਾਈਨਸ ਨੇ, K ਨੰਬਰ ਆਫ ਲਾਈਨਸ ਨੇ ਈਚ ਸੈੱਟ ਦੀਆਂ, ਠੀਕ ਹੈ। ਸੇਮ ਡਾਇਗਰਾਮ ਹੈ ਇਹਦੇ 'ਚ ਜਿਹੜਾ ਸਟਾਰਟਿੰਗ ਦੇ ਵਿੱਚ ਪਹਿਲਾਂ ਸੀ ਮੇਨ ਮੈਮਰੀ ਹੈ, ਕੈਸ਼ੇ ਮੈਮਰੀ ਹੈ, ਠੀਕ ਹੈ। ਇਹਦੇ ਡਾਇਗਰਾਮ ਦੇ ਵਿੱਚ ਦੇਖੋ ਇਹਦੇ ਡਾਇਗਰਾਮ ਦੇ ਵਿੱਚ ਕੀ ਨੇ ਬਲੋਕ ਫਰੇਮਸ ਨੇ, ਠੀਕ ਹੈ। ਇਹਦੇ ਵਿੱਚ ਕੀ ਨੇ ਬਲੋਕ ਫਰੇਮਸ ਦਿੱਤੇ ਗਏ ਨੇ, ਇਸ ਸਾਈਡ ਬਲੋਕ ਫਰੇਮਸ ਨੇ, ਬਲੋਕ 0 ਸੈੱਟ 0 ਵੀ ਬਲੋਕ ਵੀ 0 ਸੈੱਟ ਕੀਤਾ ਜਾਊਗਾ ਔਰ ਉਹਦੀ ਵੈਲਿਊ ਵੀ 0 ਸੈੱਟ ਕੀਤੀ ਜਾਏਗੀ। ਇੱਧਰ ਕੀ ਹੈ ਫਸਟ ਬਲੋਕ ਹੈ ਜਿਹੜਾ N-1 ਹੋਏਗਾ ਔਰ ਲਾਸਟ ਵਾਲਾ ਹੋਏਗਾ ਉਹਨੂੰ ਸੈੱਟ N-1 ਕੀਤਾ ਜਾਏਗਾ, ਠੀਕ ਹੈ।